ਜਦੋਂ ਹਿੰਦੁਸਤਾਨ ਦੇ ਰਾਜੇ ਵੀ ਗੋਰਿਆਂ ਦੀਆਂ ਜੁੱਤੀਆਂ ਝਾੜਦੇ ਸੀ, ਉਦੋਂ ਇੰਗਲੈਂਡ ਦੀ ਮਲਿਕਾ ਉਸ ਦਾ ਪਾਣੀ ਭਰਦੀ ਸੀ। ਆਓ ਅੱਜ ਦੁਨੀਆ ਦੇ ਮਹਾਨ ਨਕਸ਼ਾਕਾਰ, ਇਮਾਰਤਸਾਜ਼ ਭਾਈ ਰਾਮ ਸਿੰਘ ਦੀ ਜ਼ਿੰਦਗੀ 'ਚ ਗੇੜਾ ਕੱਢਦੇ ਹਾਂ। ਸਤਿ ਸ਼੍ਰੀ ਅਕਾਲ, ਮੈਂ ਗੁਰਦੀਪ ਕੌਰ ਗਰੇਵਾਲ। ਪ੍ਰੋਗਰਾਮ ਸਿਰਨਾਵਾਂ 'ਚ ਤੁਹਾਡਾ ਸਵਾਗਤ ਹੈ। ਅੱਜ ਤੋਂ 125 ਸਾਲ ਪਹਿਲਾਂ ਜਦੋਂ ਇੰਗਲੈਂਡ ਗਿਆ ਤਾਂ ਇਮਾਰਤਸਾਜ਼ੀ ਦੀਆਂ ਕੁੰਡੀਆਂ ਖੋਲ੍ਹਦੇ ਉਸ ਦੇ ਕਾਰਨਾਮੇ ਵੇਖ ਕੇ ਗੋਰੇ ਉਸ ਨੂੰ ਸਿਜਦਾ ਕਰਨ ਤੱਕ ਜਾਂਦੇ ਸਨ। ਖਾਲਸਾ ਕਾਲਜ ਦੀ ਸ਼ਾਨਦਾਰ ਇਮਾਰਤ ਉਸ ਦੇ ਹੀ ਸੁਪਨਿਆਂ ਦਾ ਨਕਸ਼ਾ ਹੈ। ਮਿਊ ਸਕੂਲ ਆਫ ਆਰਟਸ ਲਾਹੌਰ, ਜਿਸ ਨੂੰ ਅੱਜਕੱਲ੍ਹ ਨੈਸ਼ਨਲ ਕਾਲਜ ਆਫ ਆਰਟ ਕਿਹਾ ਜਾਂਦਾ ਹੈ, ਉਸ ਦਾ ਪ੍ਰਿੰਸੀਪਲ ਵੀ ਉਸ ਨੂੰ ਸਰ ਕਹਿ ਕੇ ਬੁਲਾਉਂਦਾ ਸੀ। ਨੈਸ਼ਨਲ ਕਾਲਜ ਆਫ ਆਰਟ ਦੇ ਵਿਦਿਆਰਥੀ ਰਹੇ ਪ੍ਰਵੇਜ ਵੰਦਾਲ ਅਤੇ ਸਾਜਿਦਾ ਵੰਦਾਲ ਨੇ ਇਸ ਮਹਾਨ ਮਨੁੱਖ ਦੀਆਂ ਵਡਿਆਈਆਂ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਕਿਤਾਬ ਲਿਖੀ, ਜਿਸ ਦਾ ਨਾਮ ਹੈ ਦੀ ਰਾਜ ਲਾਹੌਰ ਐਂਡ ਭਾਈ ਰਾਮ ਸਿੰਘ। ਰਾਮ ਸਿੰਘ ਨੇ ਬਕਿੰਗਮ ਮਹਿਲ ਨਹੀਂ ਸਗੋਂ ਅਸਬਰਨ ਮਹਿਲ ਦਾ ਦਰਬਾਰ ਹਾਲ ਤਿਆਰ ਕੀਤਾ। ਦੁਨੀਆ ਭਰ ਦੇ ਅਖਬਾਰਾਂ ਵਿੱਚ ਇਸ਼ਤਿਹਾਰ ਦੇ ਕੇ ਡਿਜ਼ਾਈਨ ਮੰਗੇ ਗਏ ਤੇ ਜਿਹੜਾ ਪਾਸ ਹੋਇਆ ਉਹ 30 ਸਾਲ ਦੇ ਰਾਮ ਸਿੰਘ ਦਾ ਸੀ। ਮਲਕਾ ਨੇ ਉਸ ਨੂੰ ਸ਼ਾਹੀ ਖਾਣੇ ਤੇ ਬੁਲਾਇਆ, ਇੰਗਲੈਂਡ ਦੀ ਆਨਰੇਰੀ ਸ਼ਹਿਰੀਅਤ ਦਿੱਤੀ। ਮਲਕਾ ਨੇ ਉਸ ਦੇ ਰਹਿਣ ਲਈ ਵੱਖਰੀ ਰਿਹਾਇਸ਼ ਦਾ ਇੰਤਜ਼ਾਮ ਕੀਤਾ। ਸਟਾਫ ਨੂੰ ਕਿਹਾ ਗਿਆ ਕਿ ਭਾਈ ਰਾਮ ਸਿੰਘ ਦੀ ਰਿਹਾਇਸ਼ ਦੇ ਨੇੜੇ ਤੰਬਾਕੂ ਦੀ ਮੁਸ਼ਕ ਨਹੀਂ ਆਉਣੀ ਚਾਹੀਦੀ ਤੇ ਖਾਣੇ ਵਿੱਚ ਬੀਫ ਹਲਾਲ ਜਾਂ ਗੋਸ਼ਤ ਸ਼ਾਮਲ ਨਹੀਂ ਹੋਣਾ ਚਾਹੀਦਾ। ਮਹਿੰਗੇ ਕਲਾਕਾਰਾਂ ਨੂੰ ਮਹਿਲ ਵਿੱਚ ਬੁਲਾ ਕੇ ਮਲਕਾ ਨੇ ਜਿਹੜੇ 3 ਹਿੰਦੁਸਤਾਨੀਆਂ ਦੀਆਂ ਪੇਂਟਿੰਗਸ ਬਣਵਾ ਕੇ ਮਹਿਲ ਦੀਆਂ ਕੰਧਾਂ ਸ਼ਿੰਗਾਰੀਆਂ, ਉਹ ਹਨ ਮਹਾਰਾਜਾ ਦਲੀਪ ਸਿੰਘ, ਮੁਨਸ਼ੀ ਅਬਦੁਲ ਕਰੀਮ ਅਤੇ ਭਾਈ ਰਾਮ ਸਿੰਘ, ਤਿੰਨੇ ਦਸਤਾਰਧਾਰੀ। ਰਾਮ ਸਿੰਘ ਦਾ ਜਨਮ ਬਟਾਲਾ ਨੇੜੇ ਰਸੂਲਪੁਰ ਪਿੰਡ ਦੇ ਰਾਮਗੜੀਆ ਪਰਿਵਾਰ ਦੇ ਇੱਕ ਘਰ 1 ਅਗਸਤ 1858 ਵਿੱਚ ਹੋਇਆ। 10ਵੀਂ ਤੱਕ ਦੀ ਮੁੱਢਲੀ ਵਿੱਦਿਆ ਮਿਸ਼ਨ ਸਕੂਲ ਅੰਮ੍ਰਿਤਸਰ ਤੋਂ ਪ੍ਰਾਪਤ ਕੀਤੀ। ਸਕੂਲ ਦੇ ਅੰਗਰੇਜ਼ ਅਧਿਆਪਕਾਂ ਨੇ ਉਸ ਦੇ ਜ਼ਹੀਨ ਦਿਮਾਗ ਦੀ ਪਛਾਣ ਕੀਤੀ ਤੇ ਉਸ ਨੂੰ ਕਿਹਾ ਕਿ ਮਿਊ ਸਕੂਲ ਆਫ ਆਰਟਸ ਵਿੱਚ ਦਾਖਲਾ ਲਵੇ। ਪਿੰਡ ਛੱਡ ਕੇ ਪਿਤਾ ਅੰਮ੍ਰਿਤਸਰ ਚੀਲ ਮੰਡੀ ਵਿੱਚ ਦੁਕਾਨ ਖਰੀਦ ਕੇ ਕਾਰੋਬਾਰ ਕਰਨ ਲੱਗਾ। ਲਾਹੌਰ ਆਰਟ ਸਕੂਲ ਦਾ ਇੱਕ ਮਾਸਟਰ ਹਾਰਵੇ ਅੰਮ੍ਰਿਤਸਰ ਆਉਂਦਾ ਜਾਂਦਾ ਰਹਿੰਦਾ ਸੀ। ਜਨਵਰੀ 1874 ਵਿੱਚ ਉਹ ਰਾਮ ਸਿੰਘ ਨੂੰ ਲਾਹੌਰ ਲੈ ਗਿਆ। ਪਹਿਲੀ ਸਕੂਲ ਰਿਪੋਰਟ ਵਿੱਚ ਪ੍ਰਿੰਸੀਪਲ ਕਿਪਲਿੰਗ ਨੇ ਲਿਖਿਆ ਕਿ ਰਾਮ ਸਿੰਘ ਵੱਡਾ ਇਮਾਰਤਸਾਜ਼ ਬਣੇਗਾ। ਅੰਮ੍ਰਿਤਸਰ ਦੇ ਡੀਸੀ ਦੀ ਮੇਮ ਸਾਹਿਬ ਦਾ ਪਿਆਨੋ ਖਰਾਬ ਹੋ ਗਿਆ। ਉਸ ਦੀ ਭਾਲ ਲਈ ਜਦੋਂ ਮਿਸਤਰੀ ਲੱਭਣ ਲੱਗੇ ਤਾਂ ਗੁਣਾ 16 ਸਾਲ ਦੇ ਰਾਮ ਸਿੰਘ ਤੇ ਪਿਆ। ਪ੍ਰਿੰਸੀਪਲ ਕਿਪਲਿੰਗ ਨੂੰ ਆਖ ਕੇ ਉਹ ਵਿਦਿਆਰਥੀਆਂ ਨੂੰ ਆਪਣੇ ਪਿਤਾ ਦੇ ਕਾਰਖਾਨੇ ਵਿੱਚ ਲਿਜਾ ਕੇ ਟ੍ਰੇਨਿੰਗ ਦਿੰਦਾ ਸੀ। ਜੱਦੀ ਕੰਮ ਨਾਲ ਉਸ ਨੂੰ ਇੰਨਾ ਪਿਆਰ ਸੀ ਕਿ ਜਦੋਂ 1913 ਵਿੱਚ ਮਿਊ ਸਕੂਲ ਦੇ ਪ੍ਰਿੰਸੀਪਲ ਵਜੋਂ ਸੇਵਾ ਮੁਕਤ ਹੋਇਆ ਤਾਂ ਉਸਨੇ ਚੀਲ ਮੰਡੀ ਵਿੱਚ ਆਪਣਾ ਪਿਤਾ ਪੁਰਖੀ ਕਾਰੋਬਾਰ ਸ਼ੁਰੂ ਕੀਤਾ। ਕਿਪਲਿੰਗ ਨੇ ਸਰਕਾਰ ਨੂੰ ਮਨਾ ਲਿਆ ਕਿ ਮਿਊ ਸਕੂਲ ਦੀ ਆਪਣੀ ਇਮਾਰਤ ਹੋਣੀ ਚਾਹੀਦੀ ਹੈ। ਰਾਮ ਸਿੰਘ ਨੂੰ ਕਿਹਾ ਗਿਆ ਕਿ ਉਹ ਇਮਾਰਤ ਦਾ ਡਿਜ਼ਾਈਨ ਤਿਆਰ ਕਰੇ। ਡਿਜ਼ਾਈਨ ਤਿਆਰ ਕਰਕੇ ਸਰਕਾਰ ਕੋਲ ਮਨਜ਼ੂਰੀ ਵਾਸਤੇ ਭੇਜਿਆ ਗਿਆ। ਜਵਾਬ ਆਇਆ ਕਿ ਜਿਹੋ ਜਿਹਾ ਨਕਸ਼ਾ ਬਣਾਇਆ ਗਿਆ ਹੈ, ਖਰਚਾ ਬਹੁਤ ਆਵੇਗਾ। ਸਾਡੇ ਕੋਲ ਤੁਹਾਨੂੰ ਦੇਣ ਵਾਸਤੇ ਸਿਰਫ 37,000 ਰੁਪਏ ਹਨ। ਰਾਮ ਸਿੰਘ ਨੇ ਕਿਪਲਿੰਗ ਨੂੰ ਕਿਹਾ ਕਿ ਸਰਕਾਰ ਨੂੰ ਲਿਖੋ ਕਿ ਜਿੰਨੇ ਪੈਸੇ ਨੇ ਦੇ ਦਿਓ, ਪਰ ਨਕਸ਼ਾ ਉਹੀ ਪਾਸ ਕਰੋ ਜੋ ਅਸੀਂ ਤਿਆਰ ਕੀਤਾ ਹੈ। 6 ਸਾਲ ਦੀ ਟ੍ਰੇਨਿੰਗ ਪੂਰੀ ਹੋਣ ਤੇ ਰਾਮ ਸਿੰਘ ਨੂੰ 1 ਅਪ੍ਰੈਲ 1883 ਦੇ ਦਿਨ ਇਸੇ ਸਕੂਲ ਵਿੱਚ ਅਸਿਸਟੈਂਟ ਮਾਸਟਰ ਦੀ ਨੌਕਰੀ ਦਿੱਤੀ ਗਈ। ਵਿਦੇਸ਼ਾਂ ਤੋਂ ਕੰਮ ਦਾ ਪਹਿਲਾ ਆਰਡਰ ਮਲਿਕਾ ਦੇ ਸ਼ਹਿਜ਼ਾਦੇ, ਇੰਗਲੈਂਡ ਦੇ ਡਿਊਕ ਅਤੇ ਡਚੈਸ ਦਾ ਆਇਆ। ਉਹਨਾਂ ਦੇ ਬਿਲੀਅਰਡ ਦੇ ਕਮਰੇ ਨੂੰ ਲੱਕੜ ਦੀ ਨਕਾਸੀ ਨਾਲ ਸ਼ਿੰਗਾਰਨਾ ਸੀ। 1884 ਦੀਆਂ ਸਰਦੀਆਂ ਵਿੱਚ ਇਹ ਜੋੜੀ ਡਿਜ਼ਾਈਨ ਵੇਖਣ ਮਿਊ ਸਕੂਲ ਆਈ ਅਤੇ ਡਿਜ਼ਾਈਨ ਵੇਖ ਕੇ ਗਦਗਦ ਹੋ ਗਈ। ਕੇਵਲ ਕੰਧਾਂ ਵਾਸਤੇ 241 ਪੈਨਲ ਤਿਆਰ ਕੀਤੇ। 2 ਪੈਨਲਾਂ ਉੱਪਰ ਉਸਤਾਦਾਂ ਦੇ ਨਾਂ ਲਿਖੇ ਹੋਏ ਹਨ। J.L. ਕਿਪਲਿੰਗ ਪ੍ਰਿੰਸੀਪਲ 1885-1887 ਤੇ ਰਾਮ ਸਿੰਘ ਮਾਸਟਰ ਮਿਊ ਸਕੂਲ ਆਫ ਆਰਟਸ 1885-1887। ਇਹ ਸਾਰੇ 1888 ਵਿੱਚ ਇੰਗਲੈਂਡ ਭੇਜੇ ਗਏ। ਜਦੋਂ ਮਲਿਕਾ ਨੇ ਡਿਊਕ ਸ਼ਹਿਜ਼ਾਦੇ ਦਾ ਬਿਲੀਅਰਡ ਰੂਮ ਵੇਖਿਆ ਤਾਂ ਉਸਨੇ ਫੈਸਲਾ ਕੀਤਾ ਕਿ ਇਹੀ ਕਲਾਕਾਰ ਉਸ ਦਾ ਸਰਦੀਆਂ ਦਾ ਅਸਬਰਨ ਮਹਿਲ ਸ਼ਿੰਗਾਰਨਗੇ। 1890 ਵਿੱਚ ਕਿਪਲਿੰਗ ਛੁੱਟੀਆਂ ਮਨਾਉਣ ਇੰਗਲੈਂਡ ਗਿਆ। ਮਲਕਾ ਨੇ ਬੁਲਾ ਕੇ ਇੱਛਾ ਦੱਸੀ। ਰਾਮ ਸਿੰਘ ਵੱਲੋਂ ਸ਼ਰਤਾਂ ਕਿਪਲਿੰਗ ਨੇ ਤੈਅ ਕੀਤੀਆਂ। 100 ਪੌਂਡ ਸਫ਼ਰ ਖਰਚ, 5 ਪੌਂਡ ਹਫ਼ਤਾ ਤਨਖਾਹ, ਮਹਿਲ ਨੇੜੇ ਮੁਫਤ ਰਿਹਾਇਸ਼। ਰਾਮ ਸਿੰਘ ਸਮੁੰਦਰੀ ਜਹਾਜ਼ ਤੇ ਪੈਰਿਸ ਗਿਆ। ਪੈਰਿਸ ਤੋਂ ਰੇਲ ਗੱਡੀ ਫੜ ਕੇ ਲੰਡਨ। ਕੁਝ ਦਿਨ ਕਿਪਲਿੰਗ ਕੋਲ ਰਿਹਾ ਅਤੇ ਫਿਰ ਅਸਬਰਨ ਪੁੱਜ ਗਿਆ।
ਜਿੱਥੇ ਮਲਕਾ ਉਡੀਕ ਰਹੀ ਸੀ। ਮਹੀਨੇ ਬਾਅਦ ਵਾਪਸ ਆਉਣ ਲੱਗਿਆ ਤਾਂ ਕਾਰੀਗਰ ਕਹਿਣ ਲੱਗੇ ਕਿ ਰਾਮ ਸਿੰਘ ਦੀ ਗੈਰ ਹਾਜ਼ਰੀ ਵਿੱਚ ਕੰਮ ਨਹੀਂ ਹੋ ਸਕਦਾ। 1.5 ਸਾਲ ਹੋਰ ਲੱਗਿਆ। 31 ਮਾਰਚ 1893 ਨੂੰ ਦਰਬਾਰ ਹਾਲ ਤਿਆਰ ਹੋ ਗਿਆ। ਇਹ ਹਾਲ 20 ਫੁੱਟ ਉੱਚਾ ਸੀ। ਦਰਬਾਰ ਹਾਲ ਤੋਂ ਬਾਅਦ ਫਰਨੀਚਰ ਤਿਆਰ ਕਰਨਾ ਸੀ। ਲੰਮਾ ਡਾਈਨਿੰਗ ਟੇਬਲ ਤੇ 36 ਕੁਰਸੀਆਂ, ਕੰਧ ਦੇ ਨਾਲ ਸੋਫੇ, ਸਾਈਡ ਟੇਬਲ। ਰਾਮ ਸਿੰਘ ਨੇ ਕਿਹਾ ਕਿ ਮੈਂ 2 ਕੁਰਸੀਆਂ ਬਣਾਵਾਂਗਾ, ਬਾਕੀ ਉਸੇ ਤਰ੍ਹਾਂ ਤੁਸੀਂ ਤਿਆਰ ਕਰੋ। ਮਲਕਾ ਜਦੋਂ ਦਰਬਾਰ ਹਾਲ ਵਿੱਚ ਜਾਣ ਦਾ ਫੈਸਲਾ ਕਰਦੀ ਤਾਂ ਪਹਿਲਾਂ ਭਾਰਤੀ ਲਿਬਾਸ ਪਹਿਨਦੀ। ਪੂਰਾ ਕੰਮ 1893 ਵਿੱਚ ਮੁਕੰਮਲ ਹੋਇਆ। ਇਸ ਦੌਰਾਨ ਰਾਮ ਸਿੰਘ ਆਪਣੇ ਮੁੰਡੇ ਦੇ ਭੋਗ ਤੇ ਵੀ ਨਾ ਜਾ ਸਕਿਆ। ਜਦੋਂ ਦਰਬਾਰ ਹਾਲ ਬਣ ਗਿਆ ਤਾਂ ਯੂਰਪ ਦੇ ਅਖਬਾਰਾਂ ਨੇ ਪਹਿਲੇ ਪੰਨੇ ਤੇ ਰਾਮ ਸਿੰਘ ਦੀਆਂ ਤਸਵੀਰਾਂ ਛਾਪੀਆਂ। ਮਲਕਾ ਨੇ ਦਸਤਖਤ ਕਰਕੇ ਆਪਣੀ ਪੇਂਟਿੰਗ ਅਤੇ ਸੋਨੇ ਦਾ ਪੈਨ ਕੇਸ ਦਿੱਤਾ। ਆਸਟਰੀਅਨ ਆਰਟਿਸਟ ਪਾਸੋਂ ਰਾਮ ਸਿੰਘ ਦੀ ਪੇਂਟਿੰਗ ਬਣਵਾਈ। ਜਦੋਂ ਗੇਟ ਵੱਲੋਂ ਦਰਬਾਰ ਹਾਲ ਵਿੱਚ ਦਾਖਲ ਹੋਈਏ ਤਾਂ ਸਭ ਤੋਂ ਪਹਿਲਾਂ ਰਾਮ ਸਿੰਘ ਦੀ ਤਸਵੀਰ ਦਿਸਦੀ ਹੈ। ਪ੍ਰਿੰਸੀਪਲ ਕਿਪਲਿੰਗ ਜਦੋਂ ਕਿਸੇ ਨਾਲ ਰਾਮ ਸਿੰਘ ਬਾਰੇ ਗੱਲ ਕਰਦਾ ਤਾਂ ਆਪਣਾ ਵਾਕ ਇਹਨਾਂ ਸ਼ਬਦਾਂ ਨਾਲ ਸ਼ੁਰੂ ਕਰਦਾ, ਸਾਡਾ ਸਭ ਤੋਂ ਸਿਆਣਾ ਨਕਸ਼ਕਾਰ ਭਾਈ ਰਾਮ ਸਿੰਘ ਸਰ। ਪੰਜਾਬ ਚੀਫਸ ਕਾਲਜ ਲਾਹੌਰ, ਫਿਰੋਜ਼ਪੁਰ ਦਾ ਮਿਊਨਿਸਪਲ ਹਾਲ ਤੇ ਦਫ਼ਤਰ, ਲੇਡੀ ਐਚਿਸਨ ਹਸਪਤਾਲ ਲਾਹੌਰ, ਨਵਾਂ ਅਜਾਇਬ ਘਰ ਲਾਹੌਰ, ਖਾਲਸਾ ਕਾਲਜ, ਲੇਡੀ ਲਾਇਲ ਹੋਮ ਲਾਹੌਰ, ਅਲਬੇਰ ਵਿਕਟਰ ਹਸਪਤਾਲ ਲਾਹੌਰ, ਸਰਕਾਰੀ ਕਾਲਜ ਲਾਹੌਰ ਦਾ ਹੌਸਟਲ, ਅੰਮ੍ਰਿਤਸਰ ਦਾ ਮੁਨਸਿਫ ਕੋਰਟ ਰਾਮ ਸਿੰਘ ਦੇ ਹੱਥਾਂ ਦੀ ਸ਼ੋਅ ਦੇ ਗਵਾਹ ਨੇ। ਜਦੋਂ ਵੀ ਕੋਈ ਅੰਮ੍ਰਿਤਸਰ ਜਾ ਕੇ ਸੜਕ ਤੋਂ ਲੰਘਦਾ, ਖਾਲਸਾ ਕਾਲਜ ਦੀ ਸ਼ਾਹਕਾਰ ਇਮਾਰਤ ਨੂੰ ਵੇਖਦਾ ਤਾਂ ਬਿਸਮਾਤ ਦੀ ਹਾਲਤ ਵਿੱਚ ਵੇਖਦਾ ਹੀ ਰਹਿੰਦਾ। ਇਸ ਸ਼ਾਹਕਾਰ ਦੀ ਸਿਰਜਣਾ ਵੀ ਰਾਮ ਸਿੰਘ ਦੇ ਹੱਥਾਂ ਨਾਲ ਹੋਈ ਸੀ। ਖਾਲਸਾ ਕਾਲਜ ਦਾ ਨੀਂਹ ਪੱਥਰ 5 ਮਾਰਚ 1892 ਨੂੰ ਰੱਖਿਆ ਗਿਆ। ਹੋਰ ਸਭ ਵਿਉਂਤਬੰਦੀ ਹੋ ਗਈ, ਪਰ ਆਖਰੀ ਫੈਸਲਾ ਭਾਈ ਰਾਮ ਸਿੰਘ ਦੇ ਡਿਜ਼ਾਈਨ ਨਾਲ ਹੋਣਾ ਸੀ। ਉਹ ਖਤਾਂ ਰਾਹੀਂ ਸੁਝਾਅ ਭੇਜਦਾ ਰਹਿੰਦਾ, ਪਰ ਅਸਲ ਕੰਮ ਉਦੋਂ ਸ਼ੁਰੂ ਹੋਇਆ ਜਦੋਂ ਉਹ 1893 ਵਿੱਚ ਇੰਗਲੈਂਡ ਤੋਂ ਪਰਤਿਆ। 1912 ਅਤੇ 13 ਵਿੱਚ ਰਾਮ ਸਿੰਘ ਨੇ ਇਸਲਾਮੀਆ ਕਾਲਜ ਪਿਸ਼ਾਵਰ ਬਣਾਇਆ ਅਤੇ ਬਾਅਦ 'ਚ ਖਾਲਸਾ ਕਾਲਜ ਗੁਜਰਾਂਵਾਲਾ। ਸ਼ਿਮਲੇ ਸਥਿਤ ਵਾਇਸਰਾਏ ਭਵਨ ਦੀ ਸਜਾਵਟ ਵਾਸਤੇ ਸੁਨੇਹੇ ਆਉਂਦੇ ਰਹਿੰਦੇ। ਕੰਮ ਇੰਨਾ ਵੱਧ ਗਿਆ ਕਿ ਉਸਨੇ ਰਾਮ ਸਿੰਘ MVO ਐਂਡ ਸੰਸ ਨਾਮ ਦੀ ਕੰਪਨੀ ਰਜਿਸਟਰ ਕਰਵਾਈ। ਲਲਿਤ ਮਹਿਲ ਮੈਸੂਰ ਦੀ ਛੱਤ ਦਾ ਡਿਜ਼ਾਈਨ ਬਣਾਉਣ ਦੇ ਨਾਲ-ਨਾਲ ਉਸਨੇ ਪਟਿਆਲਾ, ਮਲੇਰਕੋਟਲਾ, ਨਾਭਾ, ਬਹਾਵਲਪੁਰ, ਜੰਮੂ ਕਸ਼ਮੀਰ ਰਿਆਸਤਾਂ ਦੇ ਮਹਿਲ ਸ਼ਿੰਗਾਰੇ। ਦਰਬਾਰ ਸਾਹਿਬ ਦੇ ਸਰੋਵਰ 'ਚ ਸ਼ਰਧਾਲੂਆਂ ਦੇ ਡੁੱਬਣ ਦੀਆਂ ਘਟਨਾਵਾਂ ਨੂੰ ਰੋਕਣ ਲਈ ਸਰੋਵਰ ਦੇ ਅੰਦਰਲੇ ਪਾਸੇ ਪੱਥਰ ਦੀ ਜਾਲੀ ਲਗਵਾਈ। ਸਾਰਾਗੜ੍ਹੀ ਤੇ ਸ਼ਹੀਦਾਂ ਦੀ ਯਾਦ ਵਿੱਚ ਅੰਮ੍ਰਿਤਸਰ ਅਤੇ ਫਿਰੋਜ਼ਪੁਰ ਦੇ ਗੁਰਦੁਆਰੇ ਡਿਜ਼ਾਈਨ ਕੀਤੇ। ਅੰਮ੍ਰਿਤਸਰ ਵਾਲਾ ਗੁਰਦੁਆਰਾ 4 ਕੋਨਾ, ਫਿਰੋਜ਼ਪੁਰ ਵਾਲਾ 8 ਕੋਨਾ ਹੈ। 1886 ਵਿੱਚ ਇੰਡੋ ਕਲੋਨੀਅਲ ਨੁਮਾਇਸ਼ ਲੰਡਨ, 1888 ਗਲਾਸਗੋ ਵਿੱਚ, 1899 ਵਿੱਚ ਬੰਬੇ ਵਿੱਚ ਕਲਾ ਦੀਆਂ ਨੁਮਾਇਸ਼ਾਂ ਲੱਗੀਆਂ, ਜਿੱਥੇ ਭਾਰਤ ਦੀ ਨੁਮਾਇੰਦਗੀ ਰਾਮ ਸਿੰਘ ਨੇ ਕੀਤੀ। ਦਿੱਲੀ ਵਿਖੇ 1903 ਵਿੱਚ ਰਾਮ ਸਿੰਘ ਦੀਆਂ ਲੱਕੜ ਦੀਆਂ ਖੁਣੀਆਂ ਵਸਤੂਆਂ 10,000 ਰੁਪਏ ਵਿੱਚ ਵਿਕੀਆਂ। ਐਡਵਰਡ 8ਵੇਂ ਦੀ ਤਾਜਪੋਸ਼ੀ ਦਾ ਜਸ਼ਨ ਮਨਾਉਣ ਲਈ 1905 ਵਿੱਚ ਦਿੱਲੀ ਦਰਬਾਰ ਹੋਣਾ ਤੈਅ ਹੋਇਆ। ਇਸ ਵਿੱਚ ਲੱਗਣ ਵਾਲੀ ਨੁਮਾਇਸ਼ ਦਾ ਪ੍ਰਬੰਧ ਰਾਮ ਸਿੰਘ ਨੂੰ ਸੌਂਪਿਆ ਗਿਆ। ਉਸ ਦੇ ਕੰਮ ਤੋਂ ਖੁਸ਼ ਹੋ ਕੇ ਵਾਇਸਰਾਏ ਨੇ ਕੇਸਰ ਹਿੰਦ ਦਾ ਖਿਤਾਬ ਦਿੱਤਾ। 1907 ਵਿੱਚ ਸਰਦਾਰ ਸਾਹਿਬ ਤੇ 1911 ਵਿੱਚ ਸਰਦਾਰ ਬਹਾਦਰ ਦੇ ਖਿਤਾਬ ਮਿਲੇ। ਗੋਰੇ ਵਾਈਸ ਪ੍ਰਿੰਸੀਪਲ ਨੂੰ 500 ਰੁਪਏ ਮਹੀਨਾ ਤਨਖਾਹ ਮਿਲਦੀ ਸੀ। ਜਦੋਂ ਰਾਮ ਸਿੰਘ ਲੱਗਾ ਤਾਂ ਉਸ ਨੂੰ 60 ਰੁਪਏ ਮਹੀਨੇ ਤੇ ਰੱਖਿਆ ਗਿਆ। ਉਦੋਂ ਭਾਰਤੀਆਂ ਨੂੰ ਗੋਰਿਆਂ ਦੇ ਬਰਾਬਰ ਤਨਖਾਹ ਨਹੀਂ ਦਿੱਤੀ ਜਾਂਦੀ ਸੀ। 1 ਸਾਲ ਕਾਰਜਕਾਰੀ ਪ੍ਰਿੰਸੀਪਲ ਵਜੋਂ ਕੰਮ ਕਰਨ ਤੋਂ ਬਾਅਦ ਜਦੋਂ ਪ੍ਰਿੰਸੀਪਲ ਦੇ ਆਰਡਰ ਨਾ ਮਿਲੇ ਤਾਂ ਉਸਨੇ ਲੈਫਟੀਨੈਂਟ ਗਵਰਨਰ ਨੂੰ ਚਿੱਠੀ ਲਿਖੀ, ਅੰਗਰੇਜ਼ਾਂ ਨਾਲੋਂ ਮੇਰੀ ਚਮੜੀ ਦਾ ਰੰਗ ਵੱਖਰਾ ਜ਼ਰੂਰ ਹੈ, ਗੁਣਾਂ ਵਿੱਚ ਕੋਈ ਘਾਟ ਨਹੀਂ। ਇਸ ਸਕੂਲ ਦਾ ਪ੍ਰਿੰਸੀਪਲ ਹੋਣ ਲਈ ਮੇਰੇ ਵਿੱਚ ਕੀ ਨੁਕਸ ਹੈ? ਭਾਰਤ ਦਾ ਮਰ ਚੁੱਕਾ ਆਰਟ ਮੈਂ ਅਸਬਰਨ ਮਹਿਲ ਵਿੱਚ ਸੁਰਜੀਤ ਕਰਕੇ ਆਇਆ ਹਾਂ। ਮੈਨੂੰ ਤੁਹਾਡੇ ਵੱਲ ਤੱਕਣਾ ਪੈ ਰਿਹਾ। ਮਿਸਟਰ ਕਿਪਲਿੰਗ ਨੂੰ ਅਜਿਹੀ ਕੋਈ ਦਿੱਕਤ ਨਹੀਂ ਆਈ। ਇਸ ਕੁੱਤਪੁਣੇ ਦਾ ਸਾਹਮਣਾ ਮੈਨੂੰ ਮੇਰੀ ਚਮੜੀ ਦੇ ਰੰਗ ਕਾਰਨ ਕਰਨਾ ਪੈ ਰਿਹਾ। ਇਸ ਚਿੱਠੀ ਸਦਕਾ 25 ਸਤੰਬਰ 1910 ਨੂੰ ਪ੍ਰਿੰਸੀਪਲ ਦੇ ਆਰਡਰ ਮਿਲੇ। 38 ਸਾਲ ਸੇਵਾ ਨਿਭਾ ਕੇ 55 ਸਾਲ ਦੀ ਉਮਰੇ ਅਕਤੂਬਰ 1913 ਨੂੰ ਰਿਟਾਇਰ ਹੋਇਆ। ਉਸ ਦੀ ਥਾਂ ਤੇ ਲਿਓਨਲ ਹੀਥ ਨਿਯੁਕਤ ਹੋਇਆ। ਉਸਨੇ ਆਪਣੀ ਸਾਲਾਨਾ ਰਿਪੋਰਟ ਵਿੱਚ ਲਿਖਿਆ, ਪ੍ਰਿੰਸੀਪਲ ਸਰਦਾਰ ਬਹਾਦਰ ਰਾਮ ਸਿੰਘ ਅਕਤੂਬਰ 1913 ਵਿੱਚ ਸੇਵਾ ਮੁਕਤ ਹੋ ਗਏ। ਉਹ ਇਸ ਸਕੂਲ ਦੇ ਪਹਿਲੇ ਵਿਦਿਆਰਥੀ ਸਨ ਜੋ ਇੱਥੇ ਹੀ ਮਾਸਟਰ ਬਣੇ ਅਤੇ ਪ੍ਰਿੰਸੀਪਲ ਦੇ ਅਹੁਦੇ ਤੱਕ ਪੁੱਜੇ। ਉਹਨਾਂ ਦੀਆਂ ਸ਼ਾਨਦਾਰ ਪ੍ਰਾਪਤੀਆਂ ਪਾੜਿਆਂ ਨੂੰ ਰਾਹ ਦਿਖਾਉਂਦੀਆਂ ਰਹਿਣਗੀਆਂ। ਰਾਮ ਸਿੰਘ ਦੇ 5 ਪੁੱਤਰ ਤੇ 2 ਧੀਆਂ ਸਨ। ਚੌਥਾ ਪੁੱਤਰ ਸੁਖਚਰਨ ਮਿਊ ਸਕੂਲ ਵਿੱਚ ਪੜ੍ਹਿਆ ਅਤੇ ਅੰਮ੍ਰਿਤਸਰ ਦਾ ਮਸ਼ਹੂਰ ਚਿੱਤਰਕਾਰ ਬਣਿਆ। ਦੂਜਾ ਸਰਦਾਰ ਸੁਲੱਖਣ ਸਿੰਘ ਇੰਜੀਨੀਅਰਿੰਗ ਕਰਕੇ ਗਲਾਸਗੋ ਚਲਿਆ ਗਿਆ। ਸਭ ਤੋਂ ਵੱਡਾ ਮੱਖਣ ਸਿੰਘ ਪਿਤਾ ਨਾਲ ਕੰਮ ਕਰਦਾ।
1916 ਵਿੱਚ ਆਪਣੀ ਧੀ ਦੇ ਘਰ ਦਿੱਲੀ ਵਿਖੇ ਭਾਈ ਰਾਮ ਸਿੰਘ ਦਾ ਦੇਹਾਂਤ ਹੋਇਆ।